न्यू चैप्टर स्टार्ट करन लगे अज दैट इज़ चैप्टर नंबर 5th सर्कुलेटरी सिस्टम। सर्कुलेटरी सिस्टम विच मेनली आपां की पढ़ना है। सर्कुलेटरी सिस्टम विच पढ़ांगे कि किवें जिहड़ा अपना ब्लड है सारी बॉडी दे विच फ्लो करदा है, किवें जिहड़ा हार्ट है वो पूरे मतलब कि ब्लड नूं बॉडी दे विच पंप करदा है। ब्लड हो गया या न्यूट्रेंट्स हो गए, मिनरल्स हो गए, वो पूरी बॉडी दे विच किवें पंप हुंदे आ थ्रू द हार्ट। ठीक है, तो हार्ट फंक्शन किवें करदा है, वर्क किवें करदा है, आपां वो चीज़ पढ़ांगे। ठीक है, तो सब तो पहला आ गया कि ਹਿਊਮਨ ਬੀਇੰਗਸ ਦੇ ਵਿੱਚ ਕੀ ਹੁੰਦਾ ਹੈ, ਇੱਕ ਸਿਸਟਮ ਦੀ ਲੋੜ ਹੁੰਦੀ ਹੈ, ਇੱਕ ਸਿਸਟਮ ਰਿਕੁਆਇਰਡ ਹੁੰਦਾ ਹੈ ਜਿਹਦੇ ਵਿੱਚ ਕੀ ਹੈ ਸਾਰਾ ਜਿਹੜਾ ਮਟੀਰੀਅਲ ਹੈ, ਜਿਹੜਾ ਫੂਡ ਮਟੀਰੀਅਲ ਹੈ, ਮਿਨਰਲਸ ਹੈ, ਨਿਊਟਰੀਐਂਟਸ ਹੈ, ਉਹਨੇ ਵਨ ਪਾਰਟ ਆਫ ਦਾ ਬੋਡੀ ਟੂ ਸੈਕਿੰਡ ਪਾਰਟ ਆਫ ਦਾ ਬੋਡੀ ਮੂਵ ਕਰਨਾ ਹੁੰਦਾ ਹੈ। ਹੁਣ ਆਈ ਤਾਂ ਹੈ ਨਹੀਂ ਕਿ ਆਪਾਂ ਬੈਠੇ ਹਾਂ ਤਾਂ ਕੋਈ ਚੀਜ਼ ਇੱਦਾਂ ਰੈਸਟ 'ਤੇ ਹੈ ਅਤੇ ਮੋਸ਼ਨ 'ਚ ਹੋ ਜੂਗੀ, ਨਹੀਂ, ਉਹਨੂੰ ਮੋਸ਼ਨ 'ਚ ਲਿਆਉਣ ਲਈ ਆਪਾਂ ਨੂੰ ਕੋਈ ਨਾ ਕੋਈ ਇੱਕ ਸਿਸਟਮ ਚਲਾਉਣਾ ਪੈਣਾ। ਬੋਡੀ ਦੇ ਅੰਦਰ ਵੀ ਇੱਦਾਂ ਹੀ ਹੁੰਦਾ ਹੈ ਕਿ ਮੂਵਮੈਂਟ ਆਫ ਜਿਹੜਾ ਫੂਡ ਵਗੈਰਾ ਹੈ ਜਾਂ ਮਟੀਰੀਅਲ ਮੂਵਮੈਂਟ ਕਰਾਉਣ ਲਈ ਆਪਾਂ ਨੂੰ ਕੋਈ ਨਾ ਕੋਈ ਸਿਸਟਮ ਦੀ ਲੋੜ ਪੈਂਦੀ ਹੈ ਆਪਣੀ ਬੋਡੀ ਦੇ ਵਿੱਚ। ਤਾਂ ਉਹ ਸਿਸਟਮ ਜਿਹੜਾ ਆਪਣੀ ਬੋਡੀ 'ਚ ਹੁੰਦਾ ਉਹ ਸਿਸਟਮ ਨੂੰ ਬੋਲਦੇ ਆ ਸਰਕੂਲੇਟਰੀ ਸਿਸਟਮ। ਸਰਕੂਲੇਟਰੀ ਸਿਸਟਮ ਇੱਕ ਨੈਟਵਰਕ ਆਫ ਚੈਨਲਸ ਥਰੂ ਬਣਿਆ ਹੁੰਦਾ। ਕਾਫੀ ਚੈਨਲਸ, ਕਾਫੀ ਮਤਲਬ ਨਾੜੀਆਂ ਹੁੰਦੀਆਂ, ਕਾਫੀ ਆਰਟਰੀਜ਼ ਹੁੰਦੀਆਂ, ਵੇਨਸ ਹੁੰਦੀਆਂ, ਮਤਲਬ ਜਿਹੜਾ ਸਾਰਾ ਸਿਸਟਮ ਹੈ, ਸਿਸਟਮ ਕਾਹਦੇ 'ਤੇ ਵਰਕ ਕਰਦਾ, ਕਾਹਦੇ ਥਰੂ ਵਰਕ ਕਰਦਾ, ਹਾਰਟ ਥਰੂ, ਬਲੱਡ ਥਰੂ, ਬਲੱਡ ਵੈਸਲਸ ਥਰੂ, ਕਿ ਕਿਵੇਂ ਆਪਣਾ ਹਾਰਟ ਕੰਮ ਕਰੂਗਾ, ਕਿਵੇਂ ਬਲੱਡ ਜਾਊਗਾ, ਕਿਵੇਂ ਬਲੱਡ ਵੈਸਲਸ ਦੇ ਥਰੂ ਜਾਊਗਾ, ਉਹ ਸਾਰਾ ਫੰਕਸ਼ਨਿੰਗ ਆਪਣੀ ਸਰਕੂਲੇਟਰੀ ਸਿਸਟਮ ਦੇ ਵਿੱਚ ਆਪਾਂ ਪੜ੍ਹਾਂਗੇ। ਠੀਕ ਹੈ, ਤਾਂ ਫਸਟ ਆ ਗਿਆ ਹੁਣ ਆਪਣੇ ਕੋਲ ਟੌਪਿਕ ਸਰਕੂਲੇਟਰੀ ਸਿਸਟਮ। ਸਰਕੂਲੇਟਰੀ ਸਿਸਟਮ ਆਪਣਾ ਇੱਕ ਜਿਹੜਾ ਸਿਸਟਮ ਹੈ ਬੋਡੀ ਦੇ ਵਿੱਚ, ਉਹ ਕੀ ਕਰਦਾ, ਇੱਕ ਔਰਗਨ ਨੂੰ ਦੂਜੇ ਔਰਗਨ ਵਿੱਚ ਕਿਵੇਂ ਉਹਨਾਂ ਵਿੱਚ ਕੋਆਰਡੀਨੇਸ਼ਨ ਰੱਖਣੀ ਹੈ, ਕਿਵੇਂ ਕਨੈਕਸ਼ਨ ਰੱਖਣਾ ਹੈ, ਕਿਵੇਂ ਮਾਊਥ ਥਰੂ ਗਿਆ ਹੋਇਆ ਫੂਡ ਆਪਣੇ ਬਲੱਡ ਥਰੂ ਸਾਰੇ ਬੋਡੀ ਔਰਗਨਸ ਤੱਕ ਮੂਵ ਕਰਨਾ ਹੈ, ਉਹ ਸਰਕੂਲੇਟਰੀ ਸਿਸਟਮ ਵਰਕ ਕਰੂਗਾ। ਠੀਕ ਹੈ, ਤਾਂ ਜਿਹੜਾ ਇਹ ਸਿਸਟਮ ਹੈ ਇਹ ਕਾਫੀ ਵਾਸਟ, ਮਤਲਬ ਇਹਦੇ ਵਿੱਚ ਔਰਗਨਸ ਆ ਜਾਂਦੇ ਆ, ਇਹਦੇ ਵਿੱਚ ਵੈਸਲਸ ਆ ਜਾਂਦੀਆਂ। ਜਿਹੜੇ ਔਰਗਨਸ ਹੈ, ਵੈਸਲਸ ਹੈ, ਇਹਨਾਂ ਦਾ ਮੇਨ ਕੰਮ ਕੀ ਹੋਊਗਾ, ਇਹਨਾਂ ਨੇ ਨਿਊਟਰੀਐਂਟਸ ਨੂੰ, ਹਾਰਮੋਨਸ ਨੂੰ, ਆਕਸੀਜਨ ਅਤੇ ਹੋਰ ਅਦਰ ਗੈਸਿਸ ਨੂੰ ਸੈੱਲ ਟੂ ਸੈੱਲ ਜਾਂ ਬੋਡੀ ਪਾਰਟ ਟੂ ਬੋਡੀ ਪਾਰਟ ਜਾਂ ਡਿਫਰੈਂਟ ਸਾਰੇ ਥਰੂ ਬੋਡੀ ਦੇ ਕੀ ਇਹਨੂੰ ਟਰਾਂਸਪੋਰਟ ਕਰਾਉਣਾ। ਅਤੇ ਕਾਹਦੇ ਥਰੂ ਟਰਾਂਸਪੋਰਟ ਕਰਾਉਂਦਾ, ਬਲੱਡ ਦੇ ਥਰੂ। ਬਲੱਡ ਹੀ ਮੇਨਲੀ ਆਪਣਾ ਜਿਹੜਾ ਹੁੰਦਾ ਹੈਲਪਫੁਲ ਹੁੰਦਾ, ਜਿਹੜੇ ਸਾਰੇ ਆਪਣੇ ਹਾਰਮੋਨਸ, ਨਿਊਟਰੀਐਂਟਸ, ਆਕਸੀਜਨ ਨੂੰ ਫਲੋ ਕਰਾਉਣਾ ਬੋਡੀ ਵਿੱਚ, ਉਹ ਬਲੱਡ ਕਰਵਾਉਂਦਾ। ਠੀਕ ਹੈ, ਤਾਂ ਸਰਕੂਲੇਟਰੀ ਸਿਸਟਮ ਦੇ ਵਿੱਚ ਮੇਨਲੀ ਆਪਾਂ ਦੋ ਤਰ੍ਹਾਂ ਦੇ ਸਿਸਟਮ ਪੜ੍ਹਾਂਗੇ। ਸਰਕੂਲੇਟਰੀ ਸਿਸਟਮ ਦੋ ਤਰ੍ਹਾਂ ਦੇ ਸਿਸਟਮ ਤੋਂ ਬਣਿਆ ਹੁੰਦਾ, ਕਾਰਡੀਓਵੈਸਕੂਲਰ ਸਿਸਟਮ ਅਤੇ ਲਿੰਫੈਟਿਕ ਸਿਸਟਮ। ਠੀਕ ਹੈ, ਵਨ ਬਾਏ ਵਨ ਆਪਾਂ ਰੀਡ ਕਰਾਂਗੇ ਕਿ ਕਾਰਡੀਓਵੈਸਕੂਲਰ ਸਿਸਟਮ ਕੀ ਕਰਦਾ, ਲਿੰਫੈਟਿਕ ਸਿਸਟਮ ਕੀ ਕਰਦਾ। ਫਸਟ ਆ ਗਿਆ ਆਪਣੇ ਕੋਲ ਕਾਰਡੀਓਵੈਸਕੂਲਰ ਸਿਸਟਮ। ਕਾਰਡੀਓਵੈਸਕੂਲਰ ਸਿਸਟਮ ਵਿੱਚ ਮੇਨਲੀ ਕਿਹੜੇ ਕਿਹੜੇ ਕੰਪੋਨੈਂਟਸ ਆ ਜਾਂਦੇ ਆ, ਆਪਣਾ ਹਾਰਟ, ਬਲੱਡ ਅਤੇ ਬਲੱਡ ਵੈਸਲਸ। ਕਿ ਹਾਰਟ ਕਿਵੇਂ ਕੰਮ ਕਰਦਾ, ਬਲੱਡ ਕਿਵੇਂ ਕੰਮ ਕਰੂਗਾ, ਕਿਵੇਂ ਬਲੱਡ ਵੈਸਲਸ ਕੰਮ ਕਰਨਗੇ, ਇਹ ਤਿੰਨੋਂ ਮਿਲ ਕੇ ਬਣਾ ਦੇਣਗੇ ਕਾਰਡੀਓਵੈਸਕੂਲਰ ਸਿਸਟਮ। ਇਹਦੇ ਵਿੱਚ ਪਲਮਨਰੀ ਸਰਕੂਲੇਸ਼ਨ ਅਤੇ ਸਿਸਟਮੈਟਿਕ ਸਰਕੂਲੇਸ਼ਨ ਆ ਜਾਂਦੀ ਹੈ, ਉਹ ਵੀ ਆਪਾਂ ਕੀ ਹੈ ਫਰਦਰ ਰੀਡ ਕਰਾਂਗੇ। ਠੀਕ ਹੈ, ਨੈਕਸਟ ਆ ਗਿਆ ਆਪਣਾ ਮੇਨ ਚੀਜ਼ ਬਲੱਡ। ਆਪਣਾ ਬਲੱਡ ਹੈ ਜਿਹੜਾ ਮੇਨਲੀ 45% ਸੋਲਿਡਸ ਤੋਂ ਬਣਿਆ ਹੁੰਦਾ, ਮੀਨਸ ਸੈਲਸ ਤੋਂ ਬਣਿਆ ਹੁੰਦਾ, ਅਤੇ ਬਲੱਡ 55% ਫਲੂਇਡਸ ਤੋਂ ਬਣਿਆ ਹੁੰਦਾ। ਫਲੂਇਡਸ ਮਤਲਬ ਕਿ ਪਲਾਜ਼ਮਾ। ਅਗਰ ਤੁਸੀਂ ਦੇਖਿਆ ਹੋਵੇ, ਕਦੇ ਨੋਟ ਡਾਊਨ ਕੀਤਾ ਹੋਵੇ, ਜਦੋਂ ਆਪਣੇ ਸੱਟ ਵੱਜਦੀ ਹੈ, ਸੱਟ ਵੱਜਣ ਤੋਂ ਜਸਟ ਇੱਕ ਮਤਲਬ ਜੋ ਵੱਜਦੀ ਹੋਈ ਹੈ ਉਹਦੇ ਇੱਕ ਲਿਕੁਇਡ ਜਾਂ ਵਾਈਟ ਲਿਕੁਇਡ ਜਾਂ ਪਾਰਟ ਪਹਿਲਾਂ ਬਾਹਰ ਆਉਂਦਾ, ਫਿਰ ਬਲੱਡ ਬਾਹਰ ਆਉਂਦਾ। ਠੀਕ ਹੈ, ਤਾਂ ਉਹ ਵਾਈਟ ਪਾਰਟਸ ਨੂੰ ਕਹਿੰਦੇ ਆਪਾਂ ਪਲਾਜ਼ਮਾ। ਠੀਕ ਹੈ, ਅਤੇ ਬਲੱਡ ਦੇ ਵਿੱਚ ਜਨਰਲੀ ਕਾਫੀ ਟਾਈਪ ਦੇ ਬਲੱਡ ਸੈੱਲਸ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ, ਜਿਵੇਂ ਐਰੀਥੋਸਾਈਟਸ, ਰੈੱਡ ਬਲੱਡ ਸੈੱਲ, ਲਿਊਕੋਸਾਈਟਸ, WBCs, ਥ੍ਰੋਮਬੋਸਾਈਟਸ, ਪਲੇਟਲੈਟਸ। ਜਿਹੜਾ ਵੀ ਆਪਣਾ ਬਲੱਡ ਹੈ ਰੈੱਡ ਕਲਰ ਦਾ ਹੁੰਦਾ ਹੈ, ਰੈੱਡ ਬਲੱਡ ਸੈੱਲ ਕਰਕੇ, ਮਤਲਬ ਉਹ 'ਚ ਹੀਮੋਗਲੋਬਿਨ ਵਗੈਰਾ ਹੁੰਦੀ ਹੈ। ਆਪਣੇ ਜਿਹੜੀਆਂ ਆਪਾਂ ਨੂੰ ਕੋਈ ਵੀ ਡਿਜ਼ੀਜ਼ ਲੱਗ ਜੇ, ਠੀਕ ਹੈ, ਉਹਨੂੰ ਇਨਫੈਕਸ਼ਨ ਹੋ ਜੇ, ਉਹਨੂੰ ਬਚਾਉਣ ਲਈ ਕੌਣ ਆਉਂਦਾ, ਵਾਈਟ ਬਲੱਡ ਸੈੱਲ। ਅਤੇ ਜਦੋਂ ਆਪਣੇ ਮੰਨ ਲਓ ਸੱਟ ਵਗੈਰਾ ਵੱਜ ਜਾਂਦੀ ਹੈ, ਸੱਟ ਵਗੈਰਾ ਨੂੰ ਜਦੋਂ ਆਪਣੀ ਬਲੀਡਿੰਗ ਹੁੰਦੀ ਹੈ, ਉਹਨੂੰ ਕਲੌਟ ਕੌਣ ਕਰਦਾ, ਪਲੇਟਲੈਟਸ ਕਰਦੇ ਆ। ਤਾਂ ਇਹ ਫੰਕਸ਼ਨ ਹੁੰਦਾ RBC, WBC ਅਤੇ ਪਲੇਟਲੈਟਸ ਦਾ। ਠੀਕ ਹੈ, ਬਲੱਡ ਦਾ ਮੇਨ ਕੰਮ ਕੀ ਹੈ, ਬਲੱਡ ਨੇ ਜੋ ਵੀ ਆਕਸੀਜਨ ਨੂੰ ਪੂਰੀ ਬੋਡੀ ਦੇ ਵਿੱਚ ਸਰਕੂਲੇਟ ਕਰਵਾਉਣਾ, ਪੂਰੀ ਬੋਡੀ ਵਿੱਚ ਬਲੱਡ ਨੂੰ ਸਰਕੂਲੇਟ ਕਰਵਾਉਣ ਤੋਂ ਬਾਅਦ ਜੋ ਕਾਰਬਨ ਡਾਈਆਕਸਾਈਡ ਐਜ਼ ਅ ਵੇਸਟ ਪ੍ਰੋਡਕਟ ਹੈ ਉਹਨੂੰ ਬੋਡੀ ਦੇ ਵਿੱਚੋਂ ਬਾਹਰ ਕੱਢਣਾ। ਠੀਕ ਹੈ, ਮਤਲਬ ਕਿ ਮੇਨ ਕੰਮ ਕੀ ਇਹਦਾ, ਕਿ ਸਾਰੇ ਸੈਲਸ ਤੱਕ ਨਿਊਟਰੀਐਂਟਸ ਭੇਜੂਗਾ ਬਲੱਡ, ਅਤੇ ਬੋਡੀ ਵਿੱਚੋਂ ਵੇਸਟ ਪ੍ਰੋਡਕਟ ਵਗੈਰਾ ਬਾਹਰ ਕੱਢਣ ਲਈ ਕੌਣ ਹੈਲਪਫੁਲ ਹੈ, ਬਲੱਡ। ਪਲੱਸ ਆਪਾਂ ਨੂੰ ਕੋਈ ਵੀ ਇਨਫੈਕਸ਼ਨ ਵਗੈਰਾ ਹੋ ਜੇ, ਕੋਈ ਵੀ ਡਿਜ਼ੀਜ਼ ਵਗੈਰਾ ਲੱਗ ਜੇ, ਤਾਂ WBC ਜਿਹੜੇ ਆਪਣੇ ਬਲੱਡ ਦੇ ਵਿੱਚ ਹੁੰਦੇ ਆ, ਉਹ ਮਤਲਬ ਕਿ ਇਨਫੈਕਸ਼ਨ ਅਗੇਂਸਟ ਲੜਨਗੇ। ਅਤੇ ਜਦੋਂ ਆਪਾਂ ਨੂੰ ਬਲੀਡਿੰਗ ਵਗੈਰਾ ਹੁੰਦੀ ਹੈ, ਮੰਨ ਲਓ ਆਪਣੀ ਕੋਈ ਸੱਟ ਵੱਜ ਗਈ, ਬਲੀਡਿੰਗ ਹੋਣੀ ਸ਼ੁਰੂ ਹੋ ਗਈ, ਤਾਂ ਉਹ ਬਲੀਡਿੰਗ ਨੂੰ ਸਟੋਪ ਕਿਵੇਂ ਕਰਨਾ, ਕਲੌਟ ਕਿਵੇਂ ਕਰਨਾ, ਪਲੇਟਲੈਟਸ ਨੇ ਕਰਨਾ। ਤਾਂ ਇਹ ਮੇਨ ਕੰਮ ਹੁੰਦਾ ਆਪਣਾ ਬਲੱਡ ਦਾ। ਠੀਕ ਹੈ,
ਨੈਕਸਟ ਆ ਗਿਆ ਆਪਣੇ ਕੋਲ ਬਲੱਡ ਵੈਸਲਸ ਜਿਹੜੇ ਹੁੰਦੇ ਆ ਉਹ ਟਿਊਬ ਲਾਈਕ ਸਟਰਕਚਰਸ ਹੁੰਦੇ ਆ, ਇਹਦਾ ਟਿਊਬ ਲਾਈਕ ਸਟਰਕਚਰਸ ਹੁੰਦੇ ਆ ਜਿਹਦੇ ਥਰੂ ਬਲੱਡ ਨੇ ਕੀ ਹੈ ਫਲੋ ਕਰਨਾ ਪੂਰੀ ਬਾਡੀ ਦੇ ਵਿੱਚ। ਹੁਣ ਇਹ ਜਿਹੜੇ ਬਲੱਡ ਵੈਸਲਸ ਹੈ ਇਹ 3 ਟਾਈਪਸ ਦੇ ਹੁੰਦੇ ਆ। ਆਰਟਰੀਜ਼ ਜਿਹੜੇ ਕੀ ਕਰਨਗੀਆਂ ਆਕਸੀਜਨੇਟਡ ਬਲੱਡਸ ਨੂੰ ਡਿਫਰੈਂਟ ਪਾਰਟ ਆਫ ਬਾਡੀ ਤੱਕ ਛੱਡ ਕੇ ਆਉਣਗੇ। ਵੇਨਸ ਜਿਨ੍ਹਾਂ ਵਿੱਚੋਂ ਡੀਆਕਸੀਜਨੇਟਡ ਬਲੱਡ ਮੂਵ ਕਰੂਗਾ। ਕੈਪਲਰੀਜ਼ ਜੋ ਵੇਨਸ ਤੇ ਆਰਟਰੀਜ਼ ਇੱਕ ਪੁਆਇੰਟ 'ਤੇ ਆ ਕੇ ਮੀਟ ਕਰਨਗੀਆਂ, ਉਸ ਮੀਟਿੰਗ ਪੁਆਇੰਟ ਨੂੰ ਕਹਾਂਗੇ ਆਪਾਂ ਕੈਪਲਰੀਜ਼। ਠੀਕ ਹੈ। ਆਕਸੀਜਨੇਟਡ ਬਲੱਡ ਕਿਹੜਾ ਹੁੰਦਾ ਹੈ? ਜਿਹੜਾ ਬਲੱਡ ਆਰਟਰੀਜ਼ ਥਰੂ ਜਾਂਦਾ ਹੈ ਉਹ ਆਕਸੀਜਨੇਟਡ ਬਲੱਡ ਹੁੰਦਾ ਹੈ। ਆਕਸੀਜਨੇਟਡ ਬਲੱਡ ਮਤਲਬ ਜਿਹੜੇ ਬਲੱਡ ਵਿੱਚ ਆਕਸੀਜਨ ਕੰਬਾਈਨ ਹੁੰਦੀ ਹੈ ਉਹ ਆਕਸੀਜਨੇਟਡ ਬਲੱਡ। ਡੀਆਕਸੀਜਨੇਟਡ ਬਲੱਡ ਜਿਹੜੇ ਬਲੱਡ ਵਿੱਚ ਆਕਸੀਜਨ ਕੰਬਾਈਨ ਨਹੀਂ ਹੁੰਦੀ ਉਹਨੂੰ ਡੀਆਕਸੀਜਨੇਟਡ ਬਲੱਡ ਬੋਲਦੇ ਆ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਹਾਰਟ ਇੱਕ ਮਸਕੂਲਰ ਪੰਪ ਹੈ ਜਿਹੜਾ ਕਿ ਆਪਣੀ ਚੈਸਟ ਦੇ ਸੈਂਟਰ ਹੁੰਦਾ, ਚੈਸਟ ਕੈਵਿਟੀ ਦੇ ਸੈਂਟਰ ਵਿੱਚ ਹੁੰਦਾ ਅਤੇ ਸਲਾਈਟਲੀ ਲੈਫਟ ਵੱਲ ਟਿਲਟਡ ਹੁੰਦਾ। ਅਤੇ ਮੇਨ ਕੰਮ ਕੀ ਹੁੰਦਾ ਹਾਰਟ ਦਾ ਕਿ ਬਲੱਡ ਨੂੰ ਪੰਪ ਕਰਨਾ ਸਾਰੇ ਬਲੱਡ ਵੈਸਲਸ ਵਿੱਚ ਤਾਂ ਕਿ ਬਲੱਡ ਚੱਲ ਜਾਏ ਆਰਾਮ ਨਾਲ ਅਤੇ ਥਰੂ ਆਊਟ ਦਾ ਬਾਡੀ ਕੀ ਹੈ ਨਿਊਟ੍ਰੀਐਂਟਸ ਵਗੈਰਾ ਦੀ ਡਿਸਟਰੀਬਿਊਸ਼ਨ ਕਰੇ ਆਵੇ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਲਿੰਫੈਟਿਕ ਸਿਸਟਮ। ਲਿੰਫੈਟਿਕ ਸਿਸਟਮ ਵਿੱਚ ਮੇਨਲੀ ਕੀ ਆ ਜਾਂਦਾ? ਲਿੰਫੈਟਿਕ ਸਿਸਟਮ ਦੇ ਵਿੱਚ ਲਿੰਫੈਟਿਕ ਨੋਡਸ ਆ ਜਾਂਦੇ ਆ, ਲਿੰਫੈਟਿਕ ਵੈਸਲਸ ਅਤੇ ਲਿੰਫ ਆ ਜਾਂਦਾ। ਠੀਕ ਹੈ। ਇਹਦੇ ਵਿੱਚ ਕਿਹੜੇ ਕੰਸਿਸਟ ਕਰਦੇ? ਲਿੰਫੈਟਿਕ ਵੈਸਲਸ ਜੋ ਵੀ ਨਾੜੀਆਂ ਵਗੈਰਾ ਹੋਣਗੀਆਂ ਇਹਦੀਆਂ, ਅਤੇ ਲਿੰਫੈਟਿਕ ਨੋਡਸ ਹੋਣਗੇ ਜਿਵੇਂ ਆਹ ਵਾਲੇ ਬੰਡਲ ਸ਼ੇਪਡ ਲਿੰਫੈਟਿਕ ਨੋਡਸ ਹੁੰਦੇ ਆ, ਅਤੇ ਲਿੰਫ ਮਤਲਬ ਜਿਹੜਾ ਫਲੂਇਡ ਇਹਨਾਂ ਵਿੱਚੋਂ ਮੂਵ ਕਰਦਾ ਪਿਆ ਉਹਨੂੰ ਲਿੰਫ ਬੋਲਦੇ ਆ। ਇਟ ਫਾਰਮਸ ਅ ਪੈਰਲਲ ਸਰਕੂਲੇਟਰੀ ਸਿਸਟਮ। ਇਹ ਮਤਲਬ ਕਿ ਇਹ ਸਰਕੂਲੇਟਰੀ ਸਿਸਟਮ ਨੂੰ ਪੈਰਲਲ ਫੰਕਸ਼ਨ ਕਰਨ ਵਿੱਚ ਵੀ ਆਰਟਰੀਜ਼ ਥਰੂ ਆਕਸੀਜਨੇਟਡ ਬਲੱਡ ਆਇਆ, ਫਿਰ ਕੈਪਲਰੀਜ਼ ਵਿੱਚ ਸੈਂਟਰ 'ਚ ਆਇਆ, ਫਿਰ ਡੀਆਕਸੀਜਨੇਟਡ ਬਲੱਡ ਮੂਵ ਕੀਤਾ, ਮਤਲਬ ਇੱਕ ਪੈਰਲਲ ਸਰਕੂਲੇਟਰੀ ਸਿਸਟਮ ਬਣਿਆ ਰਵੇ। ਉਹ ਕੌਣ ਹੈਲਪਫੁਲ ਹੁੰਦਾ? ਲਿੰਫੈਟਿਕ ਸਿਸਟਮ। ਲਿੰਫ ਜਿਹੜਾ ਹੁੰਦਾ ਉਹ ਲਾਈਟ ਯੈਲੋ ਫਲੂਇਡ ਹੁੰਦਾ ਜਿਹਦੇ ਵਿੱਚ ਲਿੰਫੋਸਾਈਟਸ ਹੁੰਦੇ ਆ। ਲਿੰਫੈਟਿਕ ਸਿਸਟਮ ਦੇ ਅੰਦਰ ਲਿੰਫ ਹੁੰਦਾ ਇੱਕ ਮਤਲਬ ਫਲੂਇਡ ਹੁੰਦਾ, ਇੱਕ ਮਤਲਬ ਕਹਿ ਲਓ ਲਿਕੁਇਡ ਜਿਹਾ ਹੁੰਦਾ, ਯੈਲੋ ਕਲਰ ਦਾ ਲਿਕੁਇਡ ਹੁੰਦਾ ਜਿਹੜਾ ਕਿ ਆਪਾਂ ਨੂੰ ਮਤਲਬ ਕਿ ਇਨਫੈਕਸ਼ਨਸ ਤੋਂ ਬਚਾਉਣ ਲਈ ਹੈਲਪਫੁਲ ਹੁੰਦਾ। ਅਤੇ ਜਿਹੜਾ ਇਹ ਲਿੰਫ ਹੁੰਦਾ ਸਿਰਫ ਓਨਲੀ ਵਨ ਡਾਇਰੈਕਸ਼ਨ ਵਿੱਚ ਮੂਵ ਕਰਦਾ। ਜੇ ਮੰਨ ਲਓ ਟਿਸ਼ੂ ਤੋਂ ਹਰਟ ਆ ਰਿਹਾ, ਡਿਫਰੈਂਟ ਟਿਸ਼ੂਜ਼ ਤੋਂ ਹਰਟ ਉਹਨੇ ਮੂਵ ਕਰਨਾ ਤਾਂ ਇੱਕੋ ਡਾਇਰੈਕਸ਼ਨ ਵਿੱਚ ਮੂਵ ਕਰਦਾ ਹੁੰਦਾ, ਬੈਕ ਫਲੋ ਉਹਦਾ ਨਹੀਂ ਹੁੰਦਾ। ਠੀਕ ਹੈ। ਲਿੰਫ ਨੂੰ ਆਪਾਂ ਐਕਸਟਰਾ ਸੈਲੂਲਰ ਫਲੂਇਡ ਵੀ ਬੋਲਦੇ ਹਾਂ ਕਿਉਂਕਿ ਜਿਹੜੇ ਆਪਣੇ ਸੈਲਸ ਹੁੰਦੇ ਆ ਨਾ, ਸੈਲਸ ਹੁੰਦੇ ਆ, ਟਿਸ਼ੂਜ਼ ਹੁੰਦੇ ਆ, ਉਹਨਾਂ ਦੇ ਆਸੇ ਪਾਸੇ ਜਿਹੜਾ ਹੁੰਦਾ ਲਿੰਫ ਪ੍ਰੈਜ਼ੈਂਟ ਹੁੰਦਾ, ਤਾਂ ਕਰਕੇ ਉਹਨੂੰ ਲਿੰਫ ਨੂੰ ਐਕਸਟਰਾ ਸੈਲੂਲਰ ਫਲੂਇਡ ਵੀ ਬੋਲਦੇ ਆ ਕਿਉਂਕਿ ਇਹ ਜਿਹੜੇ ਸੈਲਸ ਦੇ ਅਰਾਊਂਡ ਪ੍ਰੈਜ਼ੈਂਟ ਹੁੰਦਾ। ਠੀਕ ਹੈ। ਸੈਵਰਲ ਲਿੰਫ ਨੋਡਸ ਵੀ ਹੁੰਦੇ ਆ ਜਿਵੇਂ ਆਹ ਵਾਲੇ ਲਿੰਫ ਨੋਡਸ ਹੈ, ਇਹ ਅਵਿਊਲ ਸ਼ੇਪਡ ਦੇ ਹੁੰਦੇ ਆ ਲਿੰਫ ਨੋਡਸ। ਅਤੇ ਕੀ ਕਰਨਗੇ ਜਿਹੜੇ ਵੀ ਮਤਲਬ ਕਿ ਆਪਣੇ ਆਰਮਪਿਟਸ, ਗਰੋਇਨ, ਨੈਕ, ਚੈਸਟ ਇਹਨਾਂ ਵਿੱਚ ਕੀ ਆਪਾਂ ਨੂੰ ਫਾਈਂਡ ਆਊਟ ਹੋਣਗੇ ਲਿੰਫ ਨੋਡਸ ਜਾਂ ਨੂੰ ਲਿੰਫਾਇਡ ਟਿਸ਼ੂਜ਼ ਵੀ ਬੋਲਦੇ ਆ। ਨੈਕਸਟ ਆ ਗਿਆ ਆਪਣੀਆਂ ਵਾਲਵਸ ਆਫ ਦਾ ਹਾਰਟ। ਜਿਹੜਾ ਹਾਰਟ ਹੁੰਦਾ ਹਾਰਟ ਦੇ ਵਿੱਚ ਕੀ ਹੁੰਦਾ ਰਾਈਟ ਆਰਟਰੀਕਲ ਹੁੰਦਾ, ਰਾਈਟ ਵੈਂਟਰੀਕਲ, ਫਿਰ ਲੈਫਟ ਔਰੀਕਲ, ਫਿਰ ਲੈਫਟ ਵੈਂਟਰੀਕਲ। ਠੀਕ ਹੈ। ਬਲੱਡ ਨੇ ਕੀ ਕਰਨਾ ਪਹਿਲਾਂ ਰਾਈਟ ਆਰਟਰੀਕਲ ਤੋਂ ਰਾਈਟ ਵੈਂਟਰੀਕਲ ਤੱਕ ਮੂਵ ਕਰਨਾ ਹੁੰਦਾ, ਫਿਰ ਰਾਈਟ ਵੈਂਟਰੀਕਲ ਤੋਂ ਲੈਫਟ ਔਰੀਕਲ ਤੱਕ, ਫਿਰ ਲੈਫਟ ਔਰੀਕਲ ਤੋਂ ਲੈਫਟ ਵੈਂਟਰੀਕਲ ਤੱਕ। ਇਹ ਮੂਵਮੈਂਟ ਹੁੰਦਾ ਬਲੱਡ ਦਾ। ਬਟ ਬਲੱਡ ਕੀ ਹੈ ਰਾਈਟ ਆਰਟਰੀਕਲ ਤੋਂ ਮੂਵ ਕਰਕੇ ਜਦੋਂ ਰਾਈਟ ਵੈਂਟਰੀਕਲ ਤੱਕ ਪਹੁੰਚ ਜਾਂਦਾ ਉਹ ਗਲਤੀ ਨਾਲ ਵੀ ਕਿਤੇ ਵਾਪਸ ਬੈਕ ਫਲੋ ਨਾ ਹੋ ਜੇ ਰਾਈਟ ਆਰਟਰੀਕਲ ਵਿੱਚ, ਤਾਂ ਉਹਦੇ ਸੈਂਟਰ ਵਿੱਚ ਲੱਗੀਆਂ ਹੁੰਦੀਆਂ ਵਾਲਵਸ ਕੀ ਕਰਦੀਆਂ ਆਹ ਵਾਲੀਆਂ ਵਾਲਵਸ ਕੀ ਕਰਦੀਆਂ ਬੈਕ ਫਲੋ ਆਫ ਬਲੱਡ ਨੂੰ ਪ੍ਰੀਵੈਂਟ ਕਰਦੀਆਂ ਤਾਂ ਜੋ ਕਿ ਬਲੱਡ ਸਿਰਫ ਇੱਕੋ ਡਾਇਰੈਕਸ਼ਨ 'ਚ ਮੂਵ ਕਰੇ। ਪਹਿਲਾਂ ਰਾਈਟ ਆਰਟਰੀਕਲ 'ਚ ਆਵੇ, ਰਾਈਟ ਵੈਂਟਰੀਕਲ 'ਚ ਜਾਵੇ, ਇੱਧਰੋਂ ਲੈਫਟ ਆਰਟਰੀਕਲ 'ਚ ਆਵੇ, ਲੈਫਟ ਵੈਂਟਰੀਕਲ 'ਚ ਜਾਵੇ। ਉਹਨੂੰ ਬੈਕ ਫਲੋ ਨਾਲ ਗਲਤੀ ਨਾਲ ਵੀ ਹੋ ਜਾਣ ਤਾਂ ਸੈਂਟਰ ਵਿੱਚ ਵਾਲਵਸ ਹੁੰਦੀਆਂ। ਤਾਂ ਵਾਲਵਸ ਵੀ 2 ਤਰ੍ਹਾਂ ਦੀਆਂ ਹੁੰਦੀਆਂ। ਰਾਈਟ ਵਾਲੀ ਸਾਈਡ ਨਾ 3 ਵਾਲਵਸ ਹੁੰਦੀਆਂ, 3 ਫਲੈਪਸ ਹੁੰਦੇ ਆ, ਉਹਨੂੰ ਆਪਾਂ ਟਰਾਈਕਸਪਿਡ ਵਾਲਵ ਕਹਿੰਦੇ ਹਾਂ। ਟਰਾਈ ਮਤਲਬ 3। ਰਾਈਟ ਵਾਲੀ ਸਾਈਡ 3 ਵਾਲਵਸ ਹੁੰਦੀਆਂ, ਲੈਫਟ ਵਾਲੀ ਸਾਈਡ 2 ਵਾਲਵਸ ਹੁੰਦੀਆਂ, ਤਾਂ ਇਹਨੂੰ ਆਪਾਂ ਬਾਈਕਸਪਿਡ ਵਾਲਵ, ਜੋ 2 ਹੋਣਗੀਆਂ ਉਹਨੂੰ ਬਾਈਕਸਪਿਡ, 3 ਵਾਲੀਆਂ ਨੂੰ ਟਰਾਈਕਸਪਿਡ ਵਾਲਵ ਕਹਿਣਾ, ਜੋ ਬਸ ਉਹਨਾਂ ਦਾ ਕੰਮ ਕੀ ਹੈ ਕਿ ਬੈਕ ਫਲੋ ਆਫ ਬਲੱਡ ਨੂੰ ਬਚਾਉਂਦੀਆਂ। ਠੀਕ ਹੈ। ਇੱਕ ਆਪਣੇ ਸੈਂਟਰ ਦੇ ਵਿੱਚ ਸੈਮੀਲਿਊਨਰ ਵਾਲਵ ਹੁੰਦੀ ਹੈ, ਮਤਲਬ ਰਾਈਟ ਅਤੇ ਲੈਫਟ ਨੂੰ ਵੀ ਮਤਲਬ ਸੈਪਰੇਟ ਕਰਨ ਲਈ ਸੈਂਟਰ ਵਿੱਚ ਇੱਕ ਵਾਲਵ ਹੁੰਦੀ ਹੈ ਦੈਟ ਇਜ਼ ਸੈਮੀਲਿਊਨਰ ਵਾਲਵ। ਠੀਕ ਹੈ। ਨੈਕਸਟ ਆ ਗਿਆ ਆਪਣਾ ਕੰਡੀਸ਼ਨਸ ਰਿਲੇਟਡ ਟੂ ਹਾਰਟ। ਕਈ ਵਾਰੀ ਕੀ ਹੁੰਦਾ ਜਦੋਂ ਆਪਣਾ ਹਾਰਟ ਪ੍ਰੋਪਰਲੀ ਫੰਕਸ਼ਨ ਨਹੀਂ ਕਰਦਾ ਤਾਂ ਪ੍ਰੋਪਰਲੀ ਫੰਕਸ਼ਨ ਨਾ ਕਰਨ ਕਰਕੇ ਆਪਾਂ ਨੂੰ ਕੀ ਪ੍ਰੋਬਲਮਸ ਆ ਸਕਦੀਆਂ। ਆਪਾਂ 1 ਬਾਏ 1 ਪ੍ਰੋਬਲਮਸ ਬਾਰੇ ਰੀਡ ਕਰਨਾ। ਫਸਟ ਆ ਗਿਆ ਆਪਣੇ ਕੋਲ ਹਾਈਪਰਟੈਂਸ਼ਨ। ਹਾਈਪਰਟੈਂਸ਼ਨ ਕੀ ਹੁੰਦਾ ਦੇਖੋ ਆਪਾਂ ਨੂੰ ਪਤਾ ਆਰਟਰੀਜ਼ ਜਾਂ ਵੇਨਸ ਥਰੂ ਬਲੱਡ ਨੇ ਫਲੋ ਕਰਨਾ ਹੁੰਦਾ। ਠੀਕ ਹੈ। ਕਈ ਵਾਰੀ ਕੀ ਹੁੰਦਾ ਜਿਹੜਾ ਬਲੱਡ ਹੈ ਉਹ ਆਰਟਰੀਜ਼ ਜਾਂ ਵੇਨਸ ਥਰੂ ਇੰਨੀ ਜ਼ਿਆਦਾ ਫੋਰਸ ਨਾਲ ਮੂਵ ਕਰਦਾ ਨਾ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਕੇ ਜਾਂਦਾ ਆਰਟਰੀਜ਼ ਜਾਂ ਵੇਨਸ 'ਤੇ। ਠੀਕ ਹੈ। ਅਤੇ ਜਦੋਂ ਸਭ ਤੋਂ ਮੈਕਸੀਮਮ ਬਲੱਡ ਜਿਹੜਾ
ਉਹ ਮਤਲਬ ਕਿ ਪ੍ਰੈਸ਼ਰ ਕ੍ਰੀਏਟ ਕਰਕੇ ਜਾਂਦਾ ਆਰਟਰੀਜ਼ ਜਾਂ ਵੇਨਸ 'ਤੇ, ਉਹ ਹਾਈਐਸਟ ਲੈਵਲ ਨੂੰ ਆਪਾਂ ਬੋਲਦੇ ਹਾਂ ਸਿਸਟੋਲਿਕ ਪ੍ਰੈਸ਼ਰ, ਜਦੋਂ ਵੈਂਟਰੀਕਲਸ ਪੂਰੇ ਕੰਟਰੈਕਟ ਹੋ ਜਾਂਦੇ ਆ। ਅਤੇ ਜਦੋਂ ਮਤਲਬ ਬਿਲਕੁਲ ਲੋਐਸਟ ਪ੍ਰੈਸ਼ਰ ਹੁੰਦਾ ਵੀ ਨੋਰਮਲ ਪ੍ਰੈਸ਼ਰ 'ਤੇ ਜਿਹੜਾ ਹੈਗਾ ਬਲੱਡ ਮੂਵ ਕਰਦਾ ਪਿਆ, ਲੋਐਸਟ ਲੈਵਲ ਬਲੱਡ ਪ੍ਰੈਸ਼ਰ ਨੂੰ ਆਪਾਂ ਬੋਲਦੇ ਹਾਂ ਡਾਇਸਟੋਲਿਕ ਪ੍ਰੈਸ਼ਰ, ਠੀਕ ਹੈ, ਜਦੋਂ ਆਪਣਾ ਹਿਊਮਨ ਹਾਰਟ ਰਿਲੈਕਸ ਕਰਦਾ। ਤਾਂ ਨੋਰਮਲ ਜਿਹੜਾ ਬਲੱਡ ਪ੍ਰੈਸ਼ਰ ਹੈ ਇੱਕ ਹਿਊਮਨ ਵਿੱਚ, ਨੋਰਮਲ ਅਡਲਟ ਵਿੱਚ 120 ਸਿਸਟੋਲਿਕ ਹੋਣਾ ਚਾਹੀਦਾ, ਵੀ ਵੱਧ ਤੋਂ ਵੱਧ 120 ਸਿਸਟੋਲਿਕ ਹੋ ਸਕਦਾ ਅਤੇ ਘੱਟ ਤੋਂ ਘੱਟ ਰਿਲੈਕਸ ਉਹ 80 ਹੋ ਸਕਦਾ। ਮਤਲਬ ਬਲੱਡ ਪ੍ਰੈਸ਼ਰ ਆਪਣਾ ਵੱਧ ਤੋਂ ਵੱਧ ਉੱਪਰ 120 ਜਾ ਸਕਦਾ, ਨੀਚੇ ਘੱਟ ਤੋਂ ਘੱਟ 80 ਜਾ ਸਕਦਾ, ਠੀਕ ਹੈ। ਅਤੇ ਜਿਹੜੀ ਇਹ ਪਰਸਿਸਟੈਂਟ ਰਾਈਜ਼ ਆ ਜਾਂਦੀ, ਕਈ ਵਾਰੀ ਕਿ ਬਹੁਤ ਜ਼ਿਆਦਾ ਤੇਜ਼ ਹੀ ਬਲੱਡ ਫਲੋ ਕਰਨਾ ਸ਼ੁਰੂ ਕਰ ਜਾਂਦਾ ਆਪਣੀ ਆਰਟਰੀਜ਼ ਵਿੱਚੋਂ, ਤਾਂ ਉਹਨੂੰ ਬੋਲਦੇ ਹਾਂ ਆਪਾਂ ਹਾਈਪਰਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ। ਹਾਈਪਰਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਕਰਕੇ ਕਿ ਇੱਕ ਪਰਸਨ ਦਾ ਹੈਡੇਕ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਮਤਲਬ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ, ਡਿਜ਼ੀਨੈਸ ਜਾਂ ਮਤਲਬ ਬਹੁਤ ਮਤਲਬ ਫੀਲ ਹੋਣਾ ਸ਼ੁਰੂ ਹੋ ਜਾਂਦਾ, ਮਤਲਬ ਚੱਕਰ ਵਗੈਰਾ ਫੀਲ ਹੋਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ। ਇਹ ਕੰਡੀਸ਼ਨ ਕਾਹਦੇ ਕਰਕੇ ਹੋ ਸਕਦੀ ਹੈ? ਜਾਂ ਤਾਂ ਪਰਸਨ ਨੇ ਐਲਕੋਹਲ ਕਾਫੀ ਇਨਟੇਕ ਕੀਤਾ ਹੋਊਗਾ, ਜਾਂ ਉਹਨੇ ਕੀ ਜ਼ਿਆਦਾ ਹੀ ਸੌਲਟੀ ਖਾਧਾ ਹੋਊਗਾ, ਜਾਂ ਫੈਟੀ ਫੂਡ ਜ਼ਿਆਦਾ ਖਾਧਾ, ਜਾਂ ਸਟਰੈਸ ਜ਼ਿਆਦਾ ਲੈ ਰਿਹਾ ਹੋ, ਜਾਂ ਫਿਜ਼ੀਕਲ ਐਕਟੀਵਿਟੀਜ਼ ਦੀ ਕਮੀ ਹੈ, ਜਾਂ ਉਹਨੇ ਸਮੋਕਿੰਗ ਕੀਤੀ ਹੋਊਗੀ। ਤਾਂ ਇਹ ਸਾਰੀਆਂ ਕੰਡੀਸ਼ਨਸ ਹੈ ਹਾਈਪਰਟੈਂਸ਼ਨ ਲਈ ਹੋ ਸਕਦੀਆਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਪੈਲਪੀਟੇਸ਼ਨ। ਪੈਲਪੀਟੇਸ਼ਨ ਕੀ ਹੁੰਦਾ? ਇੱਕ ਇੱਦਾਂ ਦੀ ਸੈਂਸੀਏਸ਼ਨ ਹੁੰਦੀ ਹੈ ਜਿੱਥੇ ਆਪਾਂ ਨੂੰ ਫੀਲ ਹੋਣਾ ਸ਼ੁਰੂ ਹੁੰਦਾ ਕਿ ਜਿਹੜਾ ਆਪਣਾ ਹਾਰਟ ਹੈ ਉਹ ਪ੍ਰੋਪਰ ਮਤਲਬ ਬੀਟ ਨਹੀਂ ਕਰ ਰਿਹਾ, ਉਹ ਇਰਰੈਗੂਲਰ ਬੀਟ ਕਰ ਰਿਹਾ, ਜਾਂ ਬੀਟ ਕਰਦਾ ਕਰਦਾ ਵਿੱਚੋਂ ਮਤਲਬ ਮਿਸ ਹੋ ਜਾਂਦਾ ਬੀਟ ਕਰਨਾ, 2 ਮਿੰਟ ਸਟੋਪ ਕਰ ਜਾਂਦਾ। ਤਾਂ ਜਦੋਂ ਇਹ ਸਾਰਾ ਕੁਛ ਹੁੰਦਾ, ਇਹ ਸਾਰਿਆਂ ਨੂੰ ਆਪਾਂ ਬੋਲਦੇ ਸੈਂਸੀਏਸ਼ਨ ਨੂੰ ਪੈਲਪੀਟੇਸ਼ਨ, ਠੀਕ ਹੈ। ਮਤਲਬ ਇਹਦੇ ਵਿੱਚ ਕੀ ਹੁੰਦਾ, ਪੇਸ਼ੈਂਟ ਬਰੀਥਲੈਸ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਸਾਹ ਨਾ ਘੱਟ ਜਾਂਦਾ, ਜਾਂ ਉਹਨੂੰ ਮਤਲਬ ਕਿ ਚੈਸਟ ਵਿੱਚ ਮਤਲਬ ਚੈਸਟ ਪੇਨ ਕਰਨੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਤਾਂ ਇਹ ਸਾਰਾ ਕੁਛ ਕੀ ਹੈ, ਪਲਪੀਟੇਸ਼ਨ ਕਰਕੇ ਹੋ ਸਕਦਾ ਹੈ। ਪਰ ਪਲਪੀਟੇਸ਼ਨ ਮੇਨਲੀ ਕਾਹਦੇ ਕਰਕੇ ਹੁੰਦੀ ਹੈ? ਜਦੋਂ ਥਾਇਰੋਇਡ ਗਲੈਂਡ ਜਾਂ ਡਾਇਬਟੀਜ਼ ਹੋਵੇ ਪਰਸਨ ਨੂੰ, ਤਾਂ ਉਹਦੇ ਵਿੱਚ ਜਦੋਂ ਵੀਕ ਥਾਇਰੋਇਡ ਗਲੈਂਡ ਜਾਂ ਡਾਇਬਟੀਜ਼ ਹੋਵੇ ਪਰਸਨ ਨੂੰ, ਤਾਂ ਉਦੋਂ ਇਹ ਪੈਲਪੀਟੇਸ਼ਨ ਦੀ ਪ੍ਰੋਬਲਮ ਆ ਸਕਦੀ ਹੈ, ਠੀਕ ਹੈ। ਇਹਦੇ ਵਿੱਚ ਮੇਨਲੀ ਕੀ ਆਪਣਾ ਹਾਰਟ ਕੀ ਹੈ ਪ੍ਰੋਪਰਲੀ ਫੰਕਸ਼ਨਿੰਗ ਨਹੀਂ ਕਰਦਾ ਪਿਆ। ਨੈਕਸਟ ਆ ਗਿਆ ਆਪਣੇ ਕੋਲ ਕਾਰਡੀਅਕ ਅਟੈਕ। ਕਾਰਡੀਅਕ ਅਟੈਕ ਇੱਕ ਇੱਦਾਂ ਦੀ ਮਤਲਬ ਪ੍ਰੋਬਲਮ ਹੈ ਜਦੋਂ ਆਪਣਾ ਜਿਹੜਾ ਹਾਰਟ ਹੈ ਉਹ ਬੀਟ ਕਰਨਾ ਸਟੋਪ ਕਰ ਦਿੰਦਾ, ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਪਰ ਇੱਕੋ ਦਮ ਹੀ ਇਹ ਬੀਟ ਕਰਨਾ ਸਟੋਪ ਹੋ ਜਾਂਦਾ। ਜਦੋਂ ਬੀਟ ਕਰਨਾ ਸਟੋਪ ਕਰਦਾ ਹੈ ਤਾਂ ਜਿਹੜਾ ਆਪਣਾ ਬਲੱਡ ਹੈ ਉਹ ਪੂਰੀ ਮਤਲਬ ਬ੍ਰੇਨਸ ਤੱਕ, ਲੰਗਸ ਤੱਕ ਜਾਂ ਅਦਰ ਔਰਗਨਸ ਤੱਕ ਪ੍ਰੋਪਰਲੀ ਨਹੀਂ ਪਹੁੰਚ ਸਕਦਾ ਉਦੋਂ। ਤਾਂ ਕਾਰਡੀਅਕ ਅਰੈਸਟ ਕੀ ਇੱਕ ਸਡਨ ਚੀਜ਼ ਆਉਂਦੀ ਹੈ, ਮਤਲਬ ਇੱਕੋ ਦਮ ਆ ਜਾਂਦੀ ਹੈ ਵਿਦਾਊਟ ਵਾਰਨਿੰਗ, ਵੀ ਪਹਿਲਾਂ ਨੂੰ ਆਪਾਂ ਨੂੰ ਫੀਲ ਵੀ ਨਹੀਂ ਹੋ ਰਿਹਾ ਹੁੰਦਾ, ਬਟ ਸਟਿਲ ਇੱਕੋ ਦਮ ਹੀ ਕੀ ਹੁੰਦਾ ਹੈ ਕਿ ਹਾਰਟ ਮਤਲਬ ਕਿ ਵਰਕ ਕਰਨਾ ਬੰਦ ਕਰ ਜਾਂਦਾ। ਜਦੋਂ ਹਾਰਟ ਵਰਕ ਕਰਨਾ ਬੰਦ ਕਰ ਜਾਂਦਾ ਤਾਂ ਆਪਣਾ ਬਲੱਡ ਵੀ ਹੈ ਜਿਹੜਾ ਉਹ ਸਟੋਪ ਕਰ ਜਾਂਦਾ, ਉਹ ਬ੍ਰੇਨ ਤੱਕ ਨਹੀਂ ਪਹੁੰਚ ਪਾਉਂਦਾ ਜਾਂ ਆਪਣੇ ਔਰਗਨਸ ਤੱਕ ਨਹੀਂ ਪਹੁੰਚ ਪਾਉਂਦਾ, ਠੀਕ ਹੈ। ਇਹਦੇ ਵਿੱਚ ਮੇਨਲੀ ਕੀ ਹੁੰਦਾ ਕਿ ਜਦੋਂ ਆਪਣੀਆਂ ਕਰੋਨਰੀ ਆਰਟਰੀਜ਼, ਜਦੋਂ ਆਪਣੀਆਂ ਆਰਟਰੀਜ਼ ਕੀ ਹੈ ਖਰਾਬ ਹੋਣੀਆਂ ਸ਼ੁਰੂ ਹੋ ਜਾਣ, ਮਤਲਬ ਬਹੁਤ ਹਾਈ ਬਲੱਡ ਪ੍ਰੈਸ਼ਰ ਬਲੱਡ ਦੇਣਾ ਸ਼ੁਰੂ ਕਰ ਦੇ, ਜਦੋਂ ਕਾਫੀ ਹਾਈ ਬਲੱਡ ਪ੍ਰੈਸ਼ਰ ਆਪਣੀ ਆਰਟਰੀਜ਼ ਨੂੰ ਮਿਲਦਾ ਬਲੱਡ ਥਰੂ, ਤਾਂ ਉਹਦੇ ਕਰਕੇ ਆਪਾਂ ਨੂੰ ਮੇਨਲੀ ਕਾਰਡੀਅਕ ਅਰੈਸਟ ਆਉਂਦਾ, ਠੀਕ ਹੈ। ਇਹ ਹੁਣ ਕਾਹਦੇ ਕਰਕੇ ਹੋ ਸਕਦਾ ਹੈ? ਜਾਂ ਤਾਂ ਬੰਦੇ ਦਾ ਕੀ ਹੈ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਹੈ ਤਾਂ ਕਰਕੇ ਕਾਰਡੀਅਕ ਅਰੈਸਟ ਆ ਸਕਦਾ ਹੈ, ਜਾਂ ਜਿਹੜਾ ਇੱਕ ਪਰਸਨ ਉਹ ਕਾਫੀ ਡਰਿੰਕ ਕਰਦਾ, ਜ਼ਿਆਦਾ ਡਰਿੰਕ ਕਰਨ ਨਾਲ, ਜ਼ਿਆਦਾ ਐਲਕੋਹਲ ਇਨਟੇਕ ਕਰਨ ਨਾਲ ਵੀ ਕਾਰਡੀਅਕ ਅਰੈਸਟ ਆ ਸਕਦਾ। ਇਹਦੇ ਵਿੱਚ ਕੀ ਹੁੰਦਾ, ਪਰਸਨ ਹੈ ਜਿਹੜਾ ਉਹਨੂੰ ਮਤਲਬ ਚੱਕਰ ਆ ਜਾਂਦਾ, ਪੂਰਾ ਕੌਨਸ਼ੀਅਸ ਆਪਦਾ ਪੂਰੀ ਕੌਨਸ਼ੀਅਸ ਲੋਸ ਕਰ ਦਿੰਦਾ, ਈਵਨ ਦੋ ਕਿ ਡੈਥ ਵੀ ਇਹਦੇ ਵਿੱਚ ਵਿਦਿਨ ਦਾ ਮਿਨਟਸ ਹੋ ਸਕਦੀ ਹੈ ਜੇ ਉਹਨੂੰ ਪ੍ਰੋਪਰ ਟਰੀਟਮੈਂਟ ਵਿਦਿਨ ਦਾ ਮਿਨਟਸ ਨਾ ਮਿਲਿਆ ਤਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਹਾਰਟ ਅਟੈਕ। ਹਾਰਟ ਅਟੈਕ ਵੀ ਕਾਰਡੀਅਕ ਅਰੈਸਟ ਵਰਗਾ ਹੀ ਹੁੰਦਾ। ਇਹਦੇ ਵਿੱਚ ਵੀ ਮੇਨਲੀ ਕੀ ਹੁੰਦਾ, ਜਿਹੜੀ ਆਰਟਰੀ ਹੁੰਦੀ ਹੈ, ਜਿਹੜੀ ਆਕਸੀਜਨ ਰਿਚ ਜਿੱਥੋਂ ਬਲੱਡ ਮੂਵ ਕਰਨਾ ਹੁੰਦਾ ਆਰਟਰੀਜ਼ ਥਰੂ, ਉਹ ਆਰਟਰੀ ਬਲੌਕ ਹੋ ਜਾਂਦੀ ਹੈ ਬਿਲਕੁਲ ਹੀ। ਆਰਟਰੀ ਬਲੌਕ ਹੋਣ ਕਰਕੇ ਕੀ ਹੈ, ਜਿਹੜਾ ਹਾਰਟ ਕਹਿ ਲਓ ਇੱਕ ਪਾਰਟ ਆਫ ਹਾਰਟ ਹੈ ਉਹ ਮਤਲਬ ਮਰਨਾ ਸ਼ੁਰੂ ਹੋ ਜਾਂਦਾ, ਹਾਰਟ ਆਪਣਾ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਤਾਂ ਅਗਰ ਇਸ ਲਈ ਪਰਸਨ ਨੂੰ ਟ੍ਰੀਟਮੈਂਟ ਨਾ ਮਿਲੇ ਤਾਂ ਹੌਲੀ ਹੌਲੀ ਹਾਰਟ ਹੋਰ ਮਤਲਬ ਡੈਮੇਜ ਹੋ ਜਾਊਗਾ, ਹੋਰ ਡੈਮੇਜ ਹੋਣ ਤੋਂ ਬਾਅਦ ਹਾਰਟ ਅਟੈਕ ਨਾਲ ਪਰਸਨ ਦੀ ਡੈਥ ਵੀ ਹੋ ਸਕਦੀ ਹੈ, ਠੀਕ ਹੈ। ਬਟ ਕਾਰਡੀਅਕ ਅਰੈਸਟ ਵਾਂਗੂ ਇਹ ਇੱਕੋ ਦਮ ਨਹੀਂ ਆਉਂਦਾ ਗਾ, ਮਤਲਬ ਪਤਾ ਲੱਗ ਜਾਂਦਾ ਕਿ ਪਹਿਲਾਂ ਹਾਂ ਹਾਰਟ ਅਟੈਕ ਹੋ ਰਿਹਾ, ਕੁਛ ਪ੍ਰੋਬਲਮ ਆ ਰਹੀ ਹੈ ਬਾਡੀ ਦੇ ਵਿੱਚ, ਠੀਕ ਹੈ। ਤਾਂ ਇੱਕੋ ਦਮ ਇਹ ਸਟੋਪ ਬੀਟਿੰਗ ਨਹੀਂ ਕਰਦਾ। ਨੈਕਸਟ ਆ ਗਿਆ ਆਪਣੇ ਕੋਲ ਕਾਰਡੀਅਕ ਸਾਈਕਲ। ਕਾਰਡੀਅਕ ਸਾਈਕਲ ਕੀ ਹੁੰਦਾ ਕਿ ਜਿਹੜਾ ਆਪਣਾ ਹਾਰਟ ਹੈ ਉਹ ਕੀ ਹੈ ਲਬ ਡਬ ਸਾਊਂਡ ਪ੍ਰੋਡਿਊਸ ਕਰਦਾ ਹੈ, ਬੀਟ ਕਰਦਾ ਨਾ, ਬੀਟ ਕਰ ਗਿਆ ਰਿਲੈਕਸ ਕਰ ਗਿਆ, ਬੀਟ ਕਰ ਗਿਆ ਰਿਲੈਕਸ ਕਰ ਗਿਆ। ਜਦੋਂ ਆਪਣਾ ਹਾਰਟ ਰਿਲੈਕਸ ਕਰਦਾ ਹੈ ਉਦੋਂ ਡਾਇਸਟੋਲ ਹੁੰਦਾ, ਜਦੋਂ ਆਪਣਾ ਹਾਰਟ ਕੰਟਰੈਕਟ ਕਰਦਾ ਹੈ ਉਦੋਂ ਸਿਸਟੋਲ ਹੁੰਦਾ। ਤਾਂ ਇਹ ਪੂਰੇ ਮਤਲਬ ਪੀਰੀਓਡਿਕ ਸਿਸਟੋਲਿਕ ਅਤੇ ਡਾਇਸਟੋਲਿਕ ਨੂੰ ਬੋਲਦੇ ਹਾਂ ਆਪਾਂ ਕਾਰਡੀਅਕ ਸਾਈਕਲ, ਜਦੋਂ ਪੂਰਾ ਮਤਲਬ ਕਿ ਬੀਟ ਕਰ ਰਿਹਾ ਹੁੰਦਾ ਆਪਣਾ ਹਾਰਟ। ਇੱਕ ਜਿਹੜਾ ਕਾਰਡੀਅਕ ਸਾਈਕਲ ਹੈ ਉਹ ਕਦੋਂ ਕੰਪਲੀਟ ਹੁੰਦਾ ਕਿ ਜਦੋਂ ਆਪਣਾ ਬਲੱਡ ਪੂਰਾ, ਜਿਹੜਾ ਆਪਣਾ ਹਾਰਟ ਹੈ ਪੂਰਾ ਬਲੱਡ ਨਾਲ ਭਰ ਜਾਂਦਾ, ਫਿਰ ਬਾਅਦ ਵਿੱਚ ਉਹ ਹਾਰਟ ਕੀ ਹੈ ਬਲੱਡ ਕੀ ਹੈ ਮਤਲਬ ਹਾਰਟ ਬਾਹਰ ਭੇਜ ਦਿੰਦਾ,
ਪਹਿਲਾਂ ਹਾਰਟ ਪੂਰਾ ਬਲੱਡ ਨਾਲ ਭਰ ਗਿਆ, ਫਿਰ ਪੂਰਾ ਬਲੱਡ ਹਾਰਟ 'ਚੋਂ ਬਾਹਰ ਨਿਕਲ ਗਿਆ, ਉਦੋਂ ਇੱਕ ਹਾਰਟ ਬੀਟ ਕੰਪਲੀਟ ਹੋ ਜਾਂਦੀ ਹੈ। ਇੱਕ ਹਿਊਮਨ ਬਾਡੀ 70 to 72 ਟਾਈਮਸ ਕੀ ਹੈ ਪਰ ਮਿੰਟ ਹਾਰਟ ਬੀਟ ਸ਼ੋ ਕਰਦੀ ਹੈ। ਠੀਕ ਹੈ, ਇਹਦੇ ਵਿੱਚ ਮੇਨਲੀ ਆਪਣਾ 70 ml ਆਫ ਜਿਹੜਾ ਬਲੱਡ ਹੈ ਉਹ ਪੰਪ ਕਰ ਦਿੰਦਾ ਹੈ, ਆਪਣੀ ਬਾਡੀ ਆਪਣਾ ਹਾਰਟ 70 ml ਆਫ ਬਲੱਡ ਪੰਪ ਕਰ ਦਿੰਦਾ ਹੈ। ਅਤੇ ਇਹਦੇ ਵਿੱਚ ਕੀ ਹੈ, ਕਾਰਡਿਕ ਸਾਈਕਲ ਦੇ ਵਿੱਚ ਸਾਰੀਆਂ ਸਾਈਕੋਲੋਜੀਕਲ ਇਵੈਂਟਸ ਆ ਜਾਂਦੀਆਂ ਹਾਰਟ ਬੀਟ ਦੀਆਂ, ਵੀ ਕਿਵੇਂ ਉਹ ਹਾਰਟ ਬੀਟ ਕਰ ਰਿਹਾ, ਕਿੰਨੇ ਪਰ ਮਿੰਟ ਬੀਟ ਕਰ ਰਿਹਾ, ਉਹ ਸਾਰਾ ਕੁਛ ਆਪਾਂ ਕਾਰਡਿਕ ਸਾਈਕਲ ਵਿੱਚ ਰੀਡ ਕਰਦੇ ਹਾਂ। ਅਤੇ ਇਹਦੇ ਵਿੱਚ ਮੇਨਲੀ ਜਿਹੜਾ 5 ਲੀਟਰ ਆਫ ਬਲੱਡ ਹੈ ਪਰ ਮਿੰਟ ਵਿੱਚ ਪੰਪ ਹੋ ਜਾਂਦਾ ਹੈ। ਠੀਕ ਹੈ, ਅਤੇ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ, ਜਿਵੇਂ ਡਾਕਟਰ ਆਪਣੀ ਪਲਸ ਥਰੂ ਚੈੱਕ ਕਰਦੇ ਆ, ਜਿਵੇਂ ਆਪਣੇ ਹੈਂਡ ਵਿੱਚ ਕੀ ਹੈ, ਇੱਥੇ ਜੋ ਆਪਣੀ ਇੱਕ ਨਾੜੀ ਹੁੰਦੀ ਹੈ ਉਹ ਨਾੜੀ ਨੂੰ ਪਕੜ ਕੇ ਕੀ ਹੈ ਚੈੱਕ ਕਰ ਲੈਣ ਡਾਕਟਰ ਵੀ ਆਪਣੇ ਪਰ ਮਿੰਟ ਦੇ ਵਿੱਚ ਕਿੰਨੀ ਵਾਰੀ ਹਾਰਟ ਬੀਟ ਕਰ ਰਿਹਾ। ਠੀਕ ਹੈ, ਅੱਗੇ ਆ ਗਿਆ ਬਲੱਡ ਗਰੁੱਪਸ। ਬਲੱਡ ਗਰੁੱਪਸ ਕੀ ਹੈ, ਐਕਚੁਅਲੀ ਆਪਾਂ ਨੂੰ ਪਤਾ ਕਿ ਸਾਰੇ ਹਿਊਮਨ ਬੀਇੰਗਸ ਦੇ ਵਿੱਚ ਰੈੱਡ ਕਲਰ ਦਾ ਬਲੱਡ ਹੁੰਦਾ ਹੈ ਅਤੇ ਸੇਮ ਤਰ੍ਹਾਂ ਦੇ ਸੈੱਲਸ ਹੁੰਦੇ ਆ। ਸੈੱਲਸ ਕਿਹੜੇ, RBC, WBC ਅਤੇ ਪਲੇਟਲੈਟਸ। ਈਵਨ ਦੋ ਜਿਹੜੇ ਹਿਊਮਨ ਬੀਇੰਗਸ ਦੇ ਵਿੱਚ ਸੇਮ ਰੈੱਡ ਬਲੱਡ ਹੁੰਦਾ ਹੈ, ਸੇਮ ਮਤਲਬ ਰੈੱਡ ਕਲਰ ਦਾ ਬਲੱਡ ਹੁੰਦਾ, ਉਹਦੇ 'ਚ ਹੀਮੋਗਲੋਬਿਨ ਹੁੰਦਾ, ਉਹਦੇ ਵਿੱਚ ਸੇਮ ਤਰ੍ਹਾਂ ਦੇ ਸੈੱਲਸ ਹੁੰਦੇ ਆ, ਬਟ ਸਟਿਲ 4 ਤਰ੍ਹਾਂ ਦਾ ਮਤਲਬ ਕਿ ਬਲੱਡ ਗਰੁੱਪ ਹੁੰਦੇ ਆ, A, B, AB ਅਤੇ O। ਠੀਕ ਹੈ, ਇਹ ਸਿਸਟਮ ਨੂੰ ਆਪਾਂ ਬੋਲਦੇ ਹਾਂ ABO ਸਿਸਟਮ। ਆਪਾਂ ਨੂੰ ਪਤਾ ਜਿਵੇਂ ਆਪਣਾ ਬਲੱਡ ਗਰੁੱਪ AB ਪੋਜ਼ੀਟਿਵ ਜਾਂ B ਪੋਜ਼ੀਟਿਵ, B ਨੈਗੇਟਿਵ, O ਪੋਜ਼ੀਟਿਵ, ਇੱਦਾਂ ਦੇ ਬਲੱਡ ਗਰੁੱਪ ਹੁੰਦੇ ਆ, ਤਾਂ ਉਹ ਬਲੱਡ ਗਰੁੱਪ ਦੇ ਸਿਸਟਮ ਨੂੰ ਆਪਾਂ ABO ਸਿਸਟਮ ਬੋਲਦੇ ਹਾਂ। ਇਹ ਕਿਹਨੇ ਡਿਸਕਵਰ ਕੀਤਾ ਸੀ, ਡਾਕਟਰ ਕਾਰਲ ਲੈਂਡਸਟੇਨਰ ਨੇ। ਠੀਕ ਹੈ, ABO ਸਿਸਟਮ। ਹੁਣ ਦੱਸਿਆ ਹੋਇਆ ਇਹਦੇ ਵਿੱਚ ਕਿ ਜਿਹੜੇ ਪਰਸਨ ਦਾ ਬਲੱਡ ਗਰੁੱਪ AB ਹੈ, AB ਜਿਹਦਾ ਬਲੱਡ ਗਰੁੱਪ ਹੋਊਗਾ ਉਹ ਯੂਨੀਵਰਸਲ ਰਿਸਿਪਟੈਂਟ ਮਤਲਬ ਉਹ ਕਿਸੇ ਤੋਂ ਵੀ ਬਲੱਡ ਲੈ ਸਕਦਾ। ਠੀਕ ਹੈ, ਜੇ ਮੰਨ ਲਓ ਉਹਦੀ ਬਲੱਡ ਵਿੱਚ ਕੋਈ ਕਮੀ ਵਗੈਰਾ ਆ ਗਈ, ਉਹਨੂੰ ਬਲੱਡ ਚਾਹੀਦਾ ਤਾਂ AB ਵਾਲਾ ਜਿਹੜਾ ਪਰਸਨ ਹੋਊਗਾ ਜਿਹਦਾ AB ਪੋਜ਼ੀਟਿਵ ਹੈ, AB ਨੈਗੇਟਿਵ ਹੈ, ਉਹ ਕਿਸੇ ਤੋਂ ਵੀ ਬਲੱਡ ਲੈ ਸਕਦਾ। ਜਿਹਦਾ ਬਲੱਡ ਗਰੁੱਪ O ਹੈ, ਆਈਦਰ ਪੋਜ਼ੀਟਿਵ ਔਰ ਨੈਗੇਟਿਵ, ਉਹ ਯੂਨੀਵਰਸਲ ਡੋਨਰ ਹੁੰਦਾ ਹੈ। ਯੂਨੀਵਰਸਲ ਡੋਨਰ ਦਾ ਮਤਲਬ ਉਹ ਕਿਸੇ ਨੂੰ ਵੀ ਬਲੱਡ ਦੇ ਸਕਦਾ। AB ਵਾਲਾ ਕਿਸੇ ਤੋਂ ਵੀ ਲੈ ਸਕਦਾ ਅਤੇ O ਵਾਲਾ ਕਿਸੇ ਨੂੰ ਵੀ ਬਲੱਡ ਦੇ ਸਕਦਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਬਲੱਡ ਵੈਸਲਸ। ਬਲੱਡ ਵੈਸਲਸ ਕੀ ਹੁੰਦੇ ਆ, ਬਲੱਡ ਵੈਸਲਸ ਇੱਕ ਟਿਊਬ ਲਾਈਕ ਸਟਰਕਚਰ ਹੁੰਦੀ ਹੈ, ਜਿਵੇਂ ਆਹ ਵਾਲੇ ਟਿਊਬ ਲਾਈਕ ਸਟਰਕਚਰ ਤੁਸੀਂ ਦੇਖ ਰਹੇ ਹੋ ਇੱਥੇ, ਜਿਹੜਾ ਕੀ ਕਰਦਾ ਬਾਡੀ ਵਿੱਚ ਬਲੱਡ ਨੂੰ ਹਰੇਕ ਪਾਰਟ ਤੱਕ ਮੂਵ ਕਰਾਉਣ ਲਈ ਹੈਲਪਫੁਲ ਹੁੰਦਾ ਹੈ। ਅਤੇ 3 ਤਰ੍ਹਾਂ ਦੇ ਬਲੱਡ ਵੈਸਲਸ ਹੁੰਦੇ ਆ, ਆਰਟਰੀਜ਼, ਵੇਨਸ ਅਤੇ ਕੈਪੀਲਰੀਜ਼। 1 ਬਾਏ 1 ਆਪਾਂ ਰੀਡ ਕਰਦੇ ਹਾਂ ਕਿ ਆਰਟਰੀ ਦਾ ਕੰਮ ਕੀ ਹੈ, ਵੇਨਸ ਦਾ ਕੰਮ ਕੀ ਹੈ ਅਤੇ ਕੈਪੀਲਰੀਜ਼ ਦਾ ਕੰਮ ਕੀ ਹੈ। ਠੀਕ ਹੈ, ਬਲੱਡ ਵੈਸਲਸ ਕੀ ਸੀ, ਟਿਊਬ ਲਾਈਕ ਸਟਰਕਚਰ ਸੀ ਜਿਹੜੇ ਆਪਣੀ ਬਾਡੀ ਵਿੱਚ ਪ੍ਰੈਜ਼ੈਂਟ ਹੈ, ਅਤੇ ਇਹਨਾਂ ਦਾ ਕੰਮ ਕੀ ਹੈ, ਸਾਰੇ ਬਾਡੀ ਦੇ ਵਿੱਚ ਬਲੱਡ ਨੂੰ ਫਲੋ ਕਰਵਾਉਣਾ। 3 ਤਰ੍ਹਾਂ ਦੇ ਬਲੱਡ ਵੈਸਲਸ ਹੁੰਦੇ ਆ, ਆਰਟਰੀਜ਼, ਵੇਨਸ ਅਤੇ ਕੈਪੀਲਰੀਜ਼। ਆਰਟਰੀਜ਼ ਕੀ ਹੁੰਦੇ ਆ, ਆਰਟਰੀਜ਼ ਥਿਕ ਵਾਲਡ ਅਤੇ ਹਾਈਲੀ ਇਲਾਸਟਿਕ ਬਲੱਡ ਵੈਸਲਸ। ਇਹਨਾਂ ਵਿੱਚੋਂ ਜਿਹੜੀ ਥਿਕ ਵਾਲਡ ਹੈ, ਥੋੜ੍ਹੀ ਮੋਟੀਆਂ ਵਾਲਡ ਹੈ ਅਤੇ ਥੋੜ੍ਹੀ ਇਲਾਸਟਿਕ ਹੈ, ਇਲਾਸਟਿਕ ਮਤਲਬ ਬਲੱਡ ਈਜ਼ੀਲੀ ਫਲੋ ਕਰ ਜਾਂਦਾ। ਅਤੇ ਇਹਨਾਂ ਆਰਟਰੀਜ਼ ਵਿੱਚੋਂ, ਇਹਨਾਂ ਵੈਸਲਸ ਦੇ ਵਿੱਚੋਂ ਬਲੱਡ ਬਹੁਤ ਹਾਈ ਪ੍ਰੈਸ਼ਰ 'ਤੇ ਮੂਵ ਕਰਦਾ। ਆਰਟਰੀਜ਼ ਵਿੱਚੋਂ ਬਲੱਡ ਕੀ ਹੈ, ਹਾਈ ਪ੍ਰੈਸ਼ਰ 'ਤੇ ਮੂਵ ਕਰਦਾ। ਅਤੇ ਇਹਨਾਂ ਦੀ ਜਿਹੜੀਆਂ ਵਾਲਸ ਹੈ, ਜਿਹੜੇ ਆਸੇ ਪਾਸੇ ਦੇ ਸਾਈਡਸ ਹੈ, ਕਾਫੀ ਇਲਾਸਟਿਕ ਹੈ। ਇਲਾਸਟਿਕ ਮਤਲਬ ਐਡਜਸਟੇਬਲ ਹੁੰਦੀਆਂ, ਜਿਹੜਾ ਕਿ ਈਜ਼ੀਲੀ ਉਸ ਹਾਈ ਪ੍ਰੈਸ਼ਰ ਨੂੰ ਕੀ ਹੈ ਆਪਦੇ ਵਿੱਚੋਂ ਲੰਘਣਾ ਅਲਾਊ ਕਰਦੀਆਂ। ਠੀਕ ਹੈ, ਆਰਟਰੀਜ਼ ਕੀ ਕਰਦੀਆਂ, ਮੰਨ ਲਓ ਆਹ ਵਾਲੀਆਂ ਆਪਣੀਆਂ ਆਰਟਰੀਜ਼ ਹੈ, ਆਰਟਰੀਜ਼ ਕੀ ਕਰਨਗੀਆਂ, ਉਹ ਵਾਲਾ ਬਲੱਡ ਲੈਣਗੀਆਂ ਜਿਨ੍ਹਾਂ ਵਿੱਚ ਆਕਸੀਜਨ ਹੋਊਗਾ। ਐਕਚੁਅਲੀ ਬਲੱਡ ਦੇ ਵਿੱਚ ਕੀ ਹੈ, ਜਾਂ ਤਾਂ ਬਲੱਡ ਵਿੱਚ ਆਕਸੀਜਨ ਹੁੰਦਾ ਹੈ ਜਾਂ ਬਲੱਡ ਵਿੱਚ ਕਾਰਬਨ ਡਾਈਆਕਸਾਈਡ ਹੁੰਦਾ ਹੈ। ਅਤੇ ਉਹ ਵਾਲੇ ਬਲੱਡ ਜਿਹਦੇ ਵਿੱਚ ਆਕਸੀਜਨ ਹੋਊਗੀ, ਆਕਸੀਜਨ ਰਿਚ ਬਲੱਡ ਹੋਊਗਾ ਜਾਂ ਉਹਨੂੰ ਆਕਸੀਜਨੇਟਡ ਬਲੱਡ ਕਹਿੰਦੇ ਆ, ਉਹ ਕੀ ਕਰੂਗੀ, ਹਾਰਟ ਤੋਂ ਲੈ ਕੇ ਸਾਰੇ ਪਾਰਟਸ ਆਫ ਬਾਡੀ ਤੱਕ ਉਹਨੂੰ ਮਤਲਬ ਦੇ ਕੇ ਆਊਗੀ। ਆਰਟਰੀ ਦਾ ਕੰਮ ਕੀ ਹੈ ਕਿ ਆਕਸੀਜਨ ਰਿਚ ਬਲੱਡ ਲਊਗੀ, ਉਹਨੂੰ ਹਾਰਟ ਤੋਂ ਲੈ ਕੇ, ਠੀਕ ਹੈ, ਫਰੋਮ ਦਾ ਹਾਰਟ ਲਊਗੀ, ਹਾਰਟ ਤੋਂ ਲਊਗੀ ਅਤੇ ਡਿਫਰੈਂਟ ਪਾਰਟਸ ਆਫ ਬਾਡੀ ਤੱਕ ਉਹਨੂੰ ਸਪਲਾਈ ਕਰਕੇ ਆਊਗੀ। ਠੀਕ ਹੈ, ਬਟ ਇੱਕ ਹੀ ਆਰਟਰੀ, ਆਪਣੀਆਂ ਸਾਰੀਆਂ ਆਰਟਰੀਜ਼ ਵਿੱਚੋਂ ਇੱਕ ਹੀ ਆਰਟਰੀ ਹੈ ਪਲਮਨਰੀ ਆਰਟਰੀ, ਇਹ ਨਾਮ ਯਾਦ ਰੱਖਣਾ ਹੈ, ਪਲਮਨਰੀ ਆਰਟਰੀ। ਇਹ ਇਕੱਲੀ ਕੀ ਹੈ, ਕਾਰਬਨ ਡਾਈਆਕਸਾਈਡ ਰਿਚ ਬਲੱਡ ਲੈਂਦੀ ਹੈ। ਵੈਸੇ ਸਾਰੀਆਂ ਆਰਟਰੀਜ਼ ਆਕਸੀਜਨ ਰਿਚ ਬਲੱਡ ਲੈਂਦੀਆਂ, ਬਟ ਇਹ ਇੱਕ ਹੀ ਆਰਟਰੀ ਹੈ ਪਲਮਨਰੀ ਆਰਟਰੀ ਜਿਹੜੀ ਕਾਰਬਨ ਡਾਈਆਕਸਾਈਡ ਰਿਚ ਬਲੱਡ ਲੈਂਦੀ ਹੈ, ਜਿਹਨੂੰ ਆਪਾਂ ਡੀਆਕਸੀਜਨੇਟਡ ਬਲੱਡ ਬੋਲ ਦਿੰਦੇ ਹਾਂ। ਠੀਕ ਹੈ, ਤਾਂ ਉਹ ਕੀ ਕਰਦੀ ਹੈ, ਡੀਆਕਸੀਜਨੇਟਡ ਬਲੱਡ ਨੂੰ ਦੇ ਕੇ ਆਉਂਦੀ ਹੈ। ਅਤੇ ਲਾਰਜੈਸਟ ਆਰਟਰੀ ਜਿਹੜੀ ਆਪਣੀ ਹਿਊਮਨ ਬਾਡੀ 'ਚ ਹੁੰਦੀ ਉਹਨੂੰ ਆਪਾਂ ਅਰੋਟਾ ਬੋਲਦੇ ਹਾਂ। ਲਾਰਜੈਸਟ ਆਰਟਰੀ ਜੋ ਆਪਣੀ ਬਾਡੀ 'ਚ ਪ੍ਰੈਜ਼ੈਂਟ ਹੋਊਗੀ ਉਹ ਅਰੋਟਾ ਹੋਊਗੀ। ਨੈਕਸਟ ਆ ਗਿਆ ਆਪਣੇ ਕੋਲ ਵੇਨਸ।
ਵੇਨਸ ਕੀ ਹੈ, ਥਿਨ ਵੋਲਡ ਬਲੱਡ ਵੈਸਲਸ। ਜਿਹੜੀਆਂ ਬਲੱਡ ਵੈਸਲਸ ਥਿਨ ਵੋਲਡ ਹੋਣਗੀਆਂ, ਆ ਦੇਖੋ ਇਹਦੀਆਂ ਵੋਲ ਕੀ ਹੈ, ਥਿਨ ਹੈ। ਇਹਦੀਆਂ ਵੋਲ ਮੋਟੀਆਂ ਸੀ, ਇਹਦੀਆਂ ਵੋਲ ਥਿਨ ਹੈ। ਇਹਨਾਂ ਦਾ ਡਾਇਆਮੀਟਰ ਕੀ ਹੁੰਦਾ, ਬਟ ਗ੍ਰੇਟਰ ਹੁੰਦਾ ਆਰਟਰੀਜ਼ ਨਾਲੋਂ। ਇਹਦਾ ਡਾਇਆਮੀਟਰ ਇੱਥੋਂ ਦੇਖੋ, ਇੱਥੋਂ ਲੈ ਕੇ ਇੱਥੋਂ ਤੱਕ ਜ਼ਿਆਦਾ ਹੈ ਨਾ, ਆਰਟਰੀਜ਼ ਦਾ ਘੱਟ ਹੈ। ਇਹਦਾ ਡਾਇਆਮੀਟਰ ਜ਼ਿਆਦਾ ਹੁੰਦਾ, ਬਟ ਵੈਸੇ ਇਹ ਪਤਲੀਆਂ ਹੁੰਦੀਆਂ। ਤਾਂ ਬਲੱਡ ਕੀ ਕਰਦਾ ਹੈ, ਬਲੱਡ ਪ੍ਰੈਸ਼ਰ ਜਿਹੜਾ ਵੇਨਸ ਵਿੱਚ ਹੁੰਦਾ ਉਹ ਘੱਟ ਹੁੰਦਾ। ਇੱਕ ਹੁੰਦੀਆਂ ਆਰਟਰੀਜ਼, ਆਰਟਰੀਜ਼ ਹੁੰਦੀਆਂ ਹਮੇਸ਼ਾ ਰੈੱਡ ਕਲਰ ਦੀਆਂ, ਅਤੇ ਜਿਹੜੀਆਂ ਆਪਣੀਆਂ ਮਤਲਬ ਨਾੜੀਆਂ ਬਲੂ ਕਲਰ ਦੀਆਂ ਹੁੰਦੀਆਂ ਨਾ, ਜੋ ਨਾੜੀਆਂ ਆਪਾਂ ਨੂੰ ਬਲੂ ਕਲਰ ਦੀਆਂ ਦਿਖਦੀਆਂ ਹੁੰਦੀਆਂ, ਉਹ ਨਾੜੀਆਂ ਹੁੰਦੀਆਂ ਆਪਣੀਆਂ ਵੇਨਸ, ਠੀਕ ਹੈ। ਅਤੇ ਜਿਹੜੀਆਂ ਵੇਨਸ ਵਿੱਚੋਂ ਬਲੱਡ ਹੈ ਬਹੁਤ ਲੋ ਪ੍ਰੈਸ਼ਰ 'ਤੇ ਬਹੁਤ ਸਲੋ ਮੂਵ ਕਰਦਾ, ਠੀਕ ਹੈ। ਆਪਣੇ ਬਲੱਡ ਦੇ ਅੰਦਰ ਕੀ ਹੈ, ਕਾਫੀ ਸੀਰੀਜ਼ ਆਫ ਵਾਲਵਸ ਹੁੰਦੇ ਆ, ਕਾਫੀ ਮਤਲਬ ਵਾਲਵਸ ਪ੍ਰੈਜ਼ੈਂਟ ਹੁੰਦੇ ਆ ਵੇਨ ਦੇ ਵਿੱਚ। ਇਹ ਵਾਲਵ ਦਾ ਕੰਮ ਕੀ ਹੈ, ਹੁਣ ਇਹਦੇ ਅੰਦਰ ਕੀ ਹੈ, ਵਾਲਵ ਪ੍ਰੈਜ਼ੈਂਟ ਹੁੰਦਾ। ਵਾਲਵ ਦਾ ਕੰਮ ਕੀ ਹੈ ਕਿ ਜਿਹੜਾ ਬਲੱਡ ਵੇਨ ਵਿੱਚੋਂ ਮੂਵ ਕਰ ਗਿਆ ਇੱਕ ਵਾਰੀ, ਉਹਨੂੰ ਬੈਕ ਫਲੋ ਨਾ ਹੋਣ ਦੇਵੇ, ਅਤੇ ਉਹਨੂੰ ਕੀ ਹੈ ਅੱਗੇ ਹਾਰਟ ਵੱਲ ਨੂੰ ਲੈ ਕੇ ਜਾਣ ਲਈ ਹੈਲਪਫੁਲ ਹੋਵੇ। ਕਈ ਵਾਰ ਕੀ ਹੁੰਦਾ, ਬਲੱਡ ਬੈਕ ਫਲੋ ਕਰਨਾ ਸ਼ੁਰੂ ਕਰ ਜਾਂਦਾ, ਤਾਂ ਬਲੱਡ ਬੈਕ ਫਲੋ ਨਾ ਕਰ ਜੇ, ਤਾਂ ਇਸ ਕਰਕੇ ਵਾਲਵਸ ਪ੍ਰੈਜ਼ੈਂਟ ਹੁੰਦੇ ਆ ਵੇਨ ਵਿੱਚ, ਤਾਂ ਉਹ ਕੀ ਹੈ ਉਹਨੂੰ ਪ੍ਰੋਪਰਲੀ ਹਾਰਟ ਵੱਲ ਲਿਜਾਣ ਲਈ ਹੈਲਪਫੁਲ ਹੁੰਦੇ ਆ। ਜਿਵੇਂ ਆਰਟਰੀਜ਼ ਹਮੇਸ਼ਾ ਆਕਸੀਜਨ ਵਾਲਾ ਬਲੱਡ ਲੈਂਦੀਆਂ ਸੀ ਨਾ, ਵੇਨਸ ਹਮੇਸ਼ਾ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਲੈਂਦੀਆਂ, ਜਿਹਨੂੰ ਆਪਾਂ ਡੀਆਕਸੀਜਨੇਟਡ ਬਲੱਡ ਵੀ ਬੋਲਦੇ ਹਾਂ। ਅਤੇ ਇਹ ਕੀ ਕਰਦਾ ਹੈ, ਡੀਆਕਸੀਜਨੇਟਡ ਬਲੱਡ ਹਾਰਟ ਤੋਂ ਲੈਂਦੀਆਂ ਵਾਪਸ, ਅਤੇ ਡਿਫਰੈਂਟ ਪਾਰਟਸ ਆਫ ਮਤਲਬ ਬੋਡੀ ਤੱਕ ਛੱਡਦੇ। ਜਿਵੇਂ ਵੇਨਸ ਕੈਰੀ ਡੀਆਕਸੀਜਨੇਟਡ ਬਲੱਡ ਬੈਕ ਟੂ ਦਾ ਹਾਰਟ ਫਰੋਮ ਡਿਫਰੈਂਟ ਪਾਰਟਸ, ਵੀ ਡਿਫਰੈਂਟ ਪਾਰਟਸ ਤੋਂ ਕੀ ਕਰਦੀਆਂ, ਡੀਆਕਸੀਜਨੇਟਡ ਬਲੱਡ ਲੈਂਦੀਆਂ ਅਤੇ ਹਾਰਟ ਤੱਕ ਛੱਡ ਆਉਂਦੀਆਂ। ਆਰਟਰੀਜ਼ ਕੀ ਕਰਦੀਆਂ ਸੀ, ਹਾਰਟ ਤੋਂ ਲੈਂਦੀਆਂ ਸੀ ਅਤੇ ਬੋਡੀ ਪਾਰਟਸ ਤੱਕ ਛੱਡ ਕੇ ਆਉਂਦੀ ਸੀ। ਬਟ ਵੇਨ ਦਾ ਕੰਮ ਪੁੱਠਾ ਹੈ, ਵੇਨ ਕੀ ਕਰੂਗਾ, ਪਾਰਟਸ ਤੋਂ ਲਊਗਾ, ਬੋਡੀ ਪਾਰਟਸ ਤੋਂ, ਅਤੇ ਉਹਨੂੰ ਹਾਰਟ ਤੱਕ ਛੱਡ ਆਊਗਾ, ਠੀਕ ਹੈ। ਬਟ ਇਹਦੇ ਵਿੱਚ ਵੀ ਇੱਕ ਇਕੱਲੀ ਐਕਸੈਪਸ਼ਨਲ ਕੇਸ ਹੈ, ਦੈਟ ਇਜ਼ ਪਲਮਨਰੀ ਵੇਨ। ਪਲਮਨਰੀ ਵੇਨ ਇੱਕ ਉੱਦਾਂ ਦੀ ਵੇਨ ਹੈ ਜਿਹੜੀ ਸਿਰਫ ਆਕਸੀਜਨੇਟਡ ਬਲੱਡ ਲਊਗੀ ਲੰਗਸ ਤੋਂ ਲੈ ਕੇ ਹਾਰਟ ਤੱਕ, ਠੀਕ ਹੈ। ਅਤੇ ਲਾਰਜੈਸਟ ਵੇਨ ਜਿਹੜੀ ਬੋਡੀ 'ਚ ਪ੍ਰੈਜ਼ੈਂਟ ਹੁੰਦੀ ਹੈ, ਉਹ ਹੁੰਦੀ ਹੈ ਸੁਪੀਰੀਅਰ ਵੇਨਾ ਕਾਵਾ ਅਤੇ ਇਨਫੀਰੀਅਰ ਵੇਨਾ ਕਾਵਾ। ਇਹ ਦੋ ਤਰ੍ਹਾਂ ਦੀਆਂ ਹੈਗੀਆਂ ਲਾਰਜੈਸਟ ਵੇਨਸ ਆਪਣੀ ਬੋਡੀ 'ਚ, ਸੁਪੀਰੀਅਰ ਅਤੇ ਇਨਫੀਰੀਅਰ ਵੇਨਾ ਕਾਵਾ। ਨੈਕਸਟ ਆ ਗਿਆ ਆਪਣੇ ਕੋਲ ਕੈਪਲਰੀਜ਼। ਕੈਪਲਰੀਜ਼ ਕੀ ਹੁੰਦਾ, ਸਮਾਲ ਬਲੱਡ ਵੈਸਲਸ। ਆਹ ਵਾਲੀ ਚੀਜ਼, ਜੋ ਆਹ ਵਾਲੀ ਚੀਜ਼ ਹੈ ਜਿੱਥੇ ਆ ਕੇ ਆਰਟਰੀਜ਼ ਅਤੇ ਵੇਨਸ ਮਿਲਦੀਆਂ ਪਈਆਂ, ਬਹੁਤ ਸਮਾਲ ਬਲੱਡ ਵੈਸਲਸ ਹੁੰਦੀਆਂ, ਇਹਨੂੰ ਬੋਲਦੇ ਆਪਾਂ ਕੈਪਲਰੀਜ਼, ਠੀਕ ਹੈ। ਕੈਪਲਰੀਜ਼ ਕੀ ਕਰਦੀਆਂ, ਆਰਟਰੀਜ਼ ਅਤੇ ਵੇਨਸ ਨੂੰ ਕਨੈਕਟ ਕਰਦੀਆਂ। ਕੈਪਲਰੀ ਵਾਲ ਇਜ਼ ਸੋ ਥਿਨ ਦੈਟ ਦ ਡਿਫਿਊਜ਼ਨ ਆਫ ਗੈਸਿਸ ਐਂਡ ਸਬਸਟੈਂਸਿਸ ਟੇਕਸ ਪਲੇਸ ਈਜ਼ੀਲੀ। ਇਹਦੇ ਵਿੱਚ ਕੀ ਹੁੰਦੀਆਂ, ਜਿਹੜੀਆਂ ਵਾਲਸ ਹੁੰਦੀਆਂ ਬਹੁਤ ਜ਼ਿਆਦਾ ਪਤਲੀਆਂ ਹੁੰਦੀਆਂ, ਜਿਹਦੇ ਕਰਕੇ ਜਿਹੜੀਆਂ ਗੈਸਿਸ ਵਗੈਰਾ ਹੈ, ਠੀਕ ਹੈ, ਜਾਂ ਹੋਰ ਜੋ ਮਤਲਬ ਸਬਸਟਾਂਸ ਵਗੈਰਾ ਈਜ਼ੀਲੀ ਮਿਕਸ ਹੋ ਜਾਂਦੇ ਆ। ਅਤੇ ਜਿਹੜੇ ਐਕਸਚੇਂਜ ਆਫ ਗੈਸਿਸ ਹੁੰਦੇ ਆ ਬਿਟਵੀਨ ਬਲੱਡ ਐਂਡ ਸੈਲਸ, ਜੋ ਵੀ ਬਲੱਡ ਅਤੇ ਸੈਲਸ ਵਿੱਚ ਸਬਸਟਾਂਸ ਇੱਥੇ ਐਕਸਚੇਂਜ ਹੋਣਾ ਹੈ, ਉਹ ਕਿੱਥੇ ਆ ਕੇ ਹੁੰਦਾ ਹੈ, ਕੈਪਲਰੀਜ਼ ਵਿੱਚ।